बीजेपी ने अपने गुंडे भेज के ਜਿਹਦੇ ਵਿੱਚ ਕਲੀਅਰ ਹੋ ਗਿਆ, ਹੁਣ ਸਾਫ਼ ਹੋ ਗਿਆ ਕਿ ਕੁਲਦੀਪ ਯਾਦਵ ਨਾਂ ਦਾ ਉਹ ਸ਼ਖਸ ਹੈ ਜਿਹੜਾ ਵਿਦਿਆਰਥੀ ਸੰਗਠਨ ਦਾ ਪ੍ਰਧਾਨ ਹੈ ਬੀਜੇਪੀ ਦਾ, ਔਰ ਉਹਦੀ ਗੱਡੀ ਵੀ ਟਰੇਸ ਹੋਈ ਹੈ। ਇਹ ਕਲੀਅਰ ਹੋ ਗਿਆ ਕਿ ਬੀਜੇਪੀ ਨੇ ਆਪਣੇ ਗੁੰਡੇ ਭੇਜ ਕੇ ਜਿਹੜਾ ਟਕੈਤ ਜੀ ਤੇ ਹਮਲਾ ਕਰਾਇਆ। ਇਹ ਕਹਿਣ ਦਾ ਭਾਵ ਕਿਤੇ ਬੌਖਲਾਹਟ ਹੈ ਬੀਜੇਪੀ ਦੀ। ਇਹ ਡਰਾਉਂਦੇ ਨੇ ਪਰ ਕਿਸਾਨ ਆਗੂ ਡਰਨ ਵਾਲੇ ਨਹੀਂ। ਜਿੱਥੇ ਵੀ ਇਹ ਕਿਤੇ ਹਮਲਾ ਕਿਸਾਨਾਂ ਤੇ ਹੁੰਦਾ ਉਹ ਬੀਜੇਪੀ ਹੀ ਕਰਾਊਗੀ, ਕਿਉਂਕਿ ਬੀਜੇਪੀ ਨੂੰ ਹੋਰ ਕਿਸਾਨਾਂ ਤੋਂ ਕਿਹਨੂੰ ਖਤਰਾ? ਕਿਸਾਨ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ? ਵੀ ਇਹ ਬੀਜੇਪੀ ਵਾਲੇ ਸੁਧਰ ਜਾਣ। ਜੇ ਸਾਡੇ ਨੌਜਵਾਨ ਭੜਕ ਗਏ, ਕੋਈ ਨੁਕਸਾਨ ਹੋਇਆ, ਉਹਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਹੋਊ, ਬੀਜੇਪੀ ਸਰਕਾਰ ਦੀ ਹੋਊ, ਬੀਜੇਪੀ ਪਾਰਟੀ ਦੀ ਹੋਊ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਅਸੀਂ ਖੜੇ ਹਾਂ ਸਿੰਘੂ ਬਾਰਡਰ ਤੇ। ਸਾਡੇ ਨਾਲ ਕਿਸਾਨ ਆਗੂ ਨੇ ਮਨਜੀਤ ਸਿੰਘ ਰਾਏ, ਉਹਨਾਂ ਨਾਲ ਕਰਦੇ ਹਾਂ ਗੱਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਜਿਹੜਾ ਕੱਲ ਰਕੇਸ਼ ਟਕੈਤ ਤੇ ਰਾਜਸਥਾਨ ਦੇ ਅਲਵਰ ਦੇ ਵਿੱਚ ਹਮਲਾ ਹੁੰਦਾ, ਉਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਇਹ ਬੀਜੇਪੀ ਜਿਹੜੀ ਆ ਇਹਦੀ ਕੋਝੀ ਸਾਜ਼ਿਸ਼ ਹੈ ਔਰ ਬੀਜੇਪੀ ਨੇ ਆਪਣੇ ਗੁੰਡੇ ਭੇਜ ਕੇ ਜਿਹਦੇ ਵਿੱਚ ਕਲੀਅਰ ਹੋ ਗਿਆ, ਹੁਣ ਸਾਫ਼ ਹੋ ਗਿਆ ਕਿ ਕੁਲਦੀਪ ਯਾਦਵ ਨਾਂ ਦਾ ਉਹ ਸ਼ਖਸ ਹੈ ਜਿਹੜਾ ਵਿਦਿਆਰਥੀ ਸੰਗਠਨ ਦਾ ਪ੍ਰਧਾਨ ਹੈ ਬੀਜੇਪੀ ਦਾ, ਔਰ ਉਹਦੀ ਗੱਡੀ ਵੀ ਟਰੇਸ ਹੋਈ ਹੈ। ਇਹ ਕਲੀਅਰ ਹੋ ਗਿਆ ਕਿ ਬੀਜੇਪੀ ਨੇ ਆਪਣੇ ਗੁੰਡੇ ਭੇਜ ਕੇ ਜਿਹੜਾ ਟਕੈਤ ਜੀ ਤੇ ਹਮਲਾ ਕਰਾਇਆ। ਇਹ ਕਹਿਣ ਦਾ ਭਾਵ ਕਿਤੇ ਬੌਖਲਾਹਟ ਹੈ ਬੀਜੇਪੀ ਦੀ। ਵੀ ਜਿਹੜੇ ਆਗੂ ਬਾਹਰਲੀਆਂ ਸਟੇਟਾਂ ਜਾ ਕੇ ਕਿਸਾਨਾਂ ਨੂੰ ਕਹਦੇ ਉਤਸ਼ਾਹਿਤ ਕਰਦੇ ਨੇ, ਜੋਸ਼ ਲਿਆਉਂਦੇ ਨੇ, ਕਿਸਾਨਾਂ ਨੂੰ ਅਵੇਅਰ ਕਰਦੇ ਨੇ, ਦੱਸਦੇ ਨੇ ਕਾਨੂੰਨਾਂ ਪ੍ਰਤੀ, ਉਹ ਜਾ ਨਾ ਸਕਣ। ਇਹਨਾਂ ਦੀ ਜਿਹੜੀ ਕਹਿ ਦਿਓ ਕਿ ਪੋਲ ਜ਼ਾਹਰ ਨਾ ਹੋਵੇ, ਨਜ਼ਰ ਨਾ ਆਵੇ ਇਹਨਾਂ ਦੀ ਕਮੀ ਜਿਹੜੀ ਆ ਪਿੱਛੇ। ਇਹ ਡਰਾਉਂਦੇ ਨੇ ਪਰ ਕਿਸਾਨ ਆਗੂ ਡਰਨ ਵਾਲੇ ਨਹੀਂ। ਉਹ ਜਾਣਗੇ, ਬਿਲਕੁਲ ਅੱਗੇ ਤੋਂ ਵੱਧ ਕੇ ਜਾਣਗੇ। ਪਹਿਲਾਂ ਸਿਰਸਾ ਸਾਹਿਬ ਦੇ ਬੇਟੇ ਤੇ ਵੀ ਹਮਲਾ ਹੁੰਦਾ ਜੀ, ਬਲਦੇਵ ਸਿੰਘ ਸਿਰਸਾ ਦੇ, ਤੇ ਜਿਹੜੇ ਸਾਡੇ ਨੌਜਵਾਨ ਪਟਿਆਲੇ ਦੇ ਵਿੱਚ ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀਗੇ, ਕਿਸਾਨਾਂ ਨੂੰ ਸਪੋਰਟ ਕਰ ਰਹੇ, ਤੇ ਉਹਨਾਂ ਤੇ ਗੱਡੀ ਚੜ੍ਹਾ ਦਿੱਤੀ ਜਾਂਦੀ ਆ। ਕੀ ਲੱਗ ਰਿਹਾ ਤੁਹਾਨੂੰ ਇਹ ਸਰਕਾਰ ਦੀਆਂ ਹੀ ਚਾਲਾਂ ਨੇ? ਵੇਖੋ, ਇਹ ਸਰਕਾਰ ਬਿਲਕੁਲ ਕਹਿ ਦਿਓ ਇਸ ਵੇਲੇ ਭੁੰਜੇ ਲੱਥੀ ਹੋਈ ਆ। ਬਿਲਕੁਲ ਸਰਕਾਰ ਦੀਆਂ ਚਾਲਾਂ ਨੇ। ਜਦ ਹੁਣ ਤੱਕ ਕਲੀਅਰ ਅੱਗੇ ਮੁੱਕਰ ਸਕਦੇ ਸੀ, ਹੁਣ ਤੱਕ ਕਲੀਅਰ ਹੋ ਗਿਆ। ਉਹ ਜਿਹੜਾ ਨੌਜਵਾਨ ਹੈ ਬੀਜੇਪੀ ਦਾ, ਉਹ ਵਿਦਿਆਰਥੀ ਸੰਗਠਨ ਦਾ ਪ੍ਰਧਾਨ ਹੈ। ਕਲੀਅਰ ਹੋ ਗਈ ਗੱਲ, ਸਾਹਮਣੇ ਆ ਗਈ ਗੱਲ। ਹੁਣ ਇਹ ਤੋਂ ਲੋਕ ਲਕੋ ਕੀ ਰਹਿ ਗਿਆ ਵੀ ਇਹ ਬੀਜੇਪੀ ਕਰਾ ਰਹੀ ਹੈ। ਤਾਂ ਸੋ ਇਹ ਗੱਲ ਹੈ, ਉਹ ਜਿੱਥੇ ਵੀ ਇਹ ਕਿਤੇ ਹਮਲਾ ਕਿਸਾਨਾਂ ਤੇ ਹੁੰਦਾ ਉਹ ਬੀਜੇਪੀ ਹੀ ਕਰਾਊਗੀ, ਕਿਉਂਕਿ ਬੀਜੇਪੀ ਨੂੰ ਹੋਰ ਕਿਸਾਨਾਂ ਤੋਂ ਕਿਹਨੂੰ ਖਤਰਾ? ਕਿਸਾਨ ਕਿਹੜਾ ਕਿਸੇ ਨੂੰ ਕੁਝ ਕਹਿੰਦੇ ਆ? ਕੋਲੋਂ ਲੰਗਰ ਛਕਾਉਂਦੇ ਆ। ਸੋ ਇਸ ਕਰਕੇ ਕਿਸਾਨਾਂ ਨੇ ਕਿਹਦਾ ਨੁਕਸਾਨ ਨਹੀਂ ਕੀਤਾ। ਇਹ ਸਾਰੀ ਸਾਜ਼ਿਸ਼ ਜਿਹੜੀ ਆ ਬੀਜੇਪੀ ਦੀ ਹੈ। ਲੱਗਦਾ ਨਹੀਂ ਬਈ ਜਦੋਂ ਸਿਰਸਾ ਸਾਹਿਬ ਦੇ ਬੇਟੇ ਤੇ ਹਮਲਾ ਹੁੰਦਾ ਜਾਂ ਨੌਜਵਾਨਾਂ ਤੇ ਗੱਡੀ ਚੜ੍ਹਾ ਦਿੱਤੀ ਜਾਂਦੀ ਆ, ਉਦੋਂ ਕੋਈ ਸੰਯੁਕਤ ਮੋਰਚੇ ਨੂੰ ਕੋਈ ਸਖਤ ਕਦਮ ਉਠਾਉਣਾ ਚਾਹੀਦਾ ਸੀ ਤਾਂ ਕਿ ਇਦਾਂ ਦੇ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਠੱਲ ਪਾਈ ਜਾ ਸਕੇ? ਦੇਖੋ, ਸਖਤ ਕਦਮ ਤਾਂ ਉਠਾ ਹੀ ਰਹੇ ਨੇ। ਜਿਹੜਾ ਹੁਣ 6 ਤਰੀਕ ਨੂੰ ਮੀਟਿੰਗ, ਉਹ 'ਚ ਵਿਚਾਰ ਚਰਚਾ ਵੀ ਹੋਏਗੀ ਔਰ ਸਪੈਸ਼ਲ ਉਹਦੇ ਵਾਸਤੇ ਕੋਈ ਵੱਖਰੀ ਕਾਲ ਵੀ ਦਿੱਤੀ ਜਾ ਸਕਦੀ ਹੈ। ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ, ਪਰ ਇਹ ਗੱਲ ਕਵਾਂਗੇ, ਮੈਂ ਤੇ ਚੈਲੰਜ ਕੀਤਾ ਹੁਣ ਮੀਡੀਆ ਰਾਹੀਂ ਵੀ ਇਹ ਬੀਜੇਪੀ ਵਾਲੇ ਸੁਧਰ ਜਾਣ। ਜੇ ਸਾਡੇ ਨੌਜਵਾਨ ਭੜਕ ਗਏ, ਕੋਈ ਨੁਕਸਾਨ ਹੋਇਆ, ਉਹਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਹੋਊ, ਬੀਜੇਪੀ ਸਰਕਾਰ ਦੀ ਹੋਊ, ਬੀਜੇਪੀ ਪਾਰਟੀ ਦੀ ਹੋਊ। ਸੋ ਇਸ ਕਰਕੇ ਇਹ ਬੀਜੇਪੀ ਟੀਮ ਨੂੰ ਸਮਝ ਲੈਣਾ ਚਾਹੀਦਾ, ਇੱਦਾਂ ਦੀਆਂ ਹਰਕਤਾਂ ਤੋਂ ਬਾਜ਼ ਆ ਜਾਣ। ਹੁਣ ਕਿੱਦਾਂ ਦਾ ਜਿਹੜਾ ਬੀਜੇਪੀ ਦੇ ਆਗੂ ਨੇ ਜਿਨ੍ਹਾਂ ਵੱਲੋਂ ਰਕੇਸ਼ ਟਕੈਤ ਤੇ ਹਮਲਾ ਕੀਤਾ ਗਿਆ ਕਿਹਾ ਜਾ ਰਿਹਾ ਹੈ, ਉਹਨਾਂ ਤੇ ਕਿੱਦਾਂ ਦਾ ਐਕਸ਼ਨ ਲੱਤਾ ਜਾ ਰਿਹਾ? ਕਿ ਪੁਲਿਸ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰ ਰਹੀ ਹੈ? ਕੀ ਲੱਗ ਰਿਹਾ? ਵੇਖੋ, ਕੀ ਕਰ ਰਹੀ ਹੈ ਉਹ ਨਹੀਂ। ਅਸੀਂ ਅਜੇ ਤਾਂ 307 ਦੀ ਮੰਗ ਕੀਤੀ ਹੈ ਵੀ 307 ਦਾ ਪਰਚਾ ਦਰਜ ਕੀਤਾ ਜਾਵੇ ਕ੍ਰਿਮੀਨਲ ਐਕਟ ਦਾ, ਔਰ ਉਹਦੀ ਵੇਲ ਨਹੀਂ ਉਹਨਾਂ ਚਿਰ ਹੋਣੀ ਚਾਹੀਦੀ ਜਿੰਨਾ ਚਿਰ ਉਹ ਸ਼ਖਸ ਨੂੰ ਪਤਾ ਨਾ ਲੱਗ ਜੇ ਕਿ ਮੈਂ ਕਿਹੋ ਜਿਹਾ ਕਦਮ ਉਠਾਇਆ। ਉਹਦੇ ਸਾਥੀ ਵੀ ਸਾਰੇ ਗ੍ਰਿਫਤਾਰ ਹੋਣੇ ਚਾਹੀਦੇ ਨੇ, ਉਹ ਇਕੱਲੇ ਨਹੀਂ ਸਨ। ਸੋ ਇਸ ਕਰਕੇ ਉਹ 2-3 ਗੱਡੀਆਂ 'ਚ ਆਏ ਨੇ, ਪਤਾ ਲੱਗਿਆ। ਸੋ ਸਾਰੇ ਉਹ ਬੰਦੇ ਜਿਹੜੇ ਅਰੈਸਟ ਹੋਣੇ ਚਾਹੀਦੇ ਆ। ਅਗਰ ਨਹੀਂ ਹੁੰਦੇ ਤਾਂ ਕੋਈ ਨਾ ਕੋਈ 6 ਦੀ ਮੀਟਿੰਗ 'ਚ ਆਪਾਂ ਦੇਖਦੇ ਹਾਂ ਵੀ ਕੀ ਕਰਨਾ। ਸਾਰਾ ਸੰਯੁਕਤ ਕਿਸਾਨ ਮੋਰਚਾ ਇਹਦੇ ਬਾਰੇ ਵਾਚਾਂਗੇ ਨੇੜੇ ਤੋਂ ਵੀ ਜੇ ਆਗੂਆਂ ਤੇ ਹਮਲੇ ਹੋਣ ਲੱਗ ਪਏ, ਆਗੂਆਂ ਨੂੰ ਇੱਦਾਂ ਇਹ ਕੋਸ਼ਿਸ਼ ਕਰਨਗੇ ਡਰਾਉਣ ਦੀ। ਡਰਨੇ ਵਾਲੇ ਤਾਂ ਹੈ ਨਹੀਂ, ਪਰ ਆਪਾਂ ਨੂੰ ਤਾਂ ਕਿਤੇ ਨਾ ਕਿਤੇ ਸਟੈਂਡ ਲੈਣਾ ਪਊਗਾ। ਜੇ ਇਕੱਲੇ ਟਕੈਤ ਜੀ ਤੇ ਹਮਲਾ ਨਹੀਂ ਹੋਇਆ, ਦੇਸ਼ ਦੇ ਪੂਰੇ ਦੇਸ਼ ਦੇ ਕਿਸਾਨ ਤੇ ਹਮਲਾ ਹੋਇਆ। ਲੱਗਦਾ ਨਹੀਂ ਜਦੋਂ ਆਗੂਆਂ ਤੇ ਇਦਾਂ ਦੇ ਹਮਲੇ ਹੁੰਦੇ ਨੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਜਿਹੜੇ ਸਪੋਰਟ ਕਰ ਰਹੇ ਨੇ ਕਿਸਾਨਾਂ ਨੂੰ? ਵੇਖੋ, ਗੱਲ ਸਿੱਧੀ ਸਪਸ਼ਟ ਇੱਕ ਹੈ। ਇੱਕ ਸਾਡਾ ਜਿਹੜਾ ਨੌਜਵਾਨ, ਇੱਕ ਕਿਸਾਨ ਹੈ, ਸਿਪਾਹੀ ਤੋਂ ਘੱਟ ਨਹੀਂ, ਫੌਜੀ ਤੋਂ ਘੱਟ ਨਹੀਂ। ਸਾਡੇ ਹੀ ਪੁੱਤਰ ਧੀਆਂ ਪੁੱਤਰ ਨੇ ਜਿਹੜੇ ਪੁਲਿਸ 'ਚ ਨੇ, ਮਿਲਟਰੀ 'ਚ ਨੇ, ਔਰ ਜਿਹੜੇ ਇੱਥੇ ਆਏ ਨੇ ਇਹ ਰੋਜ਼ ਮੌਤ ਨਾਲ ਖੇਡਦੇ ਨੇ। ਸੱਪਾਂ ਦੀਆਂ ਸਿਰੀਆਂ ਤੇ ਸਿਰ ਰੱਖ ਕੇ ਫਸਲ ਪਾਲਦੇ ਨੇ, ਤੇ ਮੌਤ ਨਾਲ ਖੇਡਣ ਵਾਲੇ ਲੋਕ ਨੇ। ਇਹ ਗਲਤ ਜਗ੍ਹਾ ਪੰਗਾ ਲੈ ਰਹੇ ਆ। ਇਹ ਮੈਂ ਬਾਰ-ਬਾਰ ਕਹਿੰਦਾ ਵੀ ਜੇ ਮਾਹੌਲ ਖਰਾਬ ਹੁੰਦਾ ਉਹਦੇ ਲਈ ਪੂਰੀ ਦੀ ਪੂਰੀ ਜ਼ਿੰਮੇਵਾਰੀ ਬੀਜੇਪੀ ਦੀ ਹੋਊਗੀ, ਬੀਜੇਪੀ ਸਰਕਾਰ ਦੀ ਹੋਊਗੀ। ਕਿੱਦਾਂ ਦੇ ਸਖਤ ਕਦਮ ਉਠਾਏ ਜਾਣਗੇ ਉਹ ਵੇਖਦੇ ਆ ਆਪਾਂ। ਹੁਣ ਸੰਯੁਕਤ ਦੀ ਮੀਟਿੰਗ ਹੋਏਗੀ, ਉਹਦੇ ਵਿੱਚ ਕੋਈ ਨਾ ਕੋਈ ਕਾਲ ਦਿੰਨੇ ਇੱਦਾਂ ਦੀ ਦੇਸ਼ ਭਰ ਦੇ ਵਿੱਚ, ਜਿਹੜਾ ਇਹਨਾਂ ਨੂੰ ਪਤਾ ਲੱਗੇ ਕਿ ਸਾਡਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਫਿਰ ਪੂਰੇ ਦੇਸ਼ 'ਚ ਇਹਨਾਂ ਦਾ ਬਾਈਕਾਟ ਕਰਾਂਗੇ ਬੀਜੇਪੀ ਦਾ।
ਪੰਜਾਬ ਸਰਕਾਰ ਵੱਲੋਂ ਜਿਹੜਾ ਸਿੱਧੀ ਅਦਾਇਗੀ ਦਾ ਸੈਂਟਰ ਸਰਕਾਰ ਨੇ ਕਿਹਾ ਸੀਗਾ ਵੀ ਕਿਸਾਨਾਂ ਦੇ ਖਾਤਿਆਂ 'ਚ ਸਿੱਧੀ ਅਦਾਇਗੀ ਹੋਵੇ, ਉਸ 'ਚ ਪੰਜਾਬ ਸਰਕਾਰ ਨੇ ਮਨਾ ਕਰ ਦਿੱਤਾ ਹੈ। ਅੱਜ ਸਪਸ਼ਟ ਕਰਤਾ ਕਿ ਆੜ੍ਹਤੀਆਂ ਦੇ ਰਾਹੀਂ ਪੇਮੈਂਟ ਹੋਊਗੀ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਵੇਖੋ, ਇਹ ਜਿਹੜੀ ਗੱਲ ਹੈ ਇਹ ਪੰਜਾਬ ਸਰਕਾਰ ਨੇ ਇੱਕ ਪੋਰਟਲ ਬਣਾ ਕੇ ਭੇਜਤਾ ਤੇ ਇਹਦਾ ਹੁਣ ਲੱਗ ਰਿਹਾ ਵੀ ਇਹ ਇੱਕੋ ਥੈਲੀ ਦੇ ਚੱਟੇ ਬੱਟੇ ਨੇ, ਇਹ ਇਕੱਠੇ ਹੀ ਨਹੀਂ, ਇੱਕੋ ਹੀ ਬਾਣੀ ਇਹਨਾਂ ਦੀ, ਇੱਕੋ ਹੀ ਗੱਲ ਕਰ ਰਹੇ ਨੇ। ਸੋ ਇਹ ਪਹਿਲਾਂ ਤਾਂ ਕੈਪਟਨ ਸਾਹਿਬ ਵਿਰੋਧ ਕਰਦੇ ਸੀ, ਫਿਰ ਉਹਨੂੰ ਪੋਰਟਲ ਬਣਾ ਕੇ ਭੇਜਣ ਦੀ ਕੀ ਲੋੜ ਸੀ? ਬਿਲਕੁਲ ਇਹ ਜ਼ਰੂਰਤ ਨਹੀਂ ਸੀ। ਇਹਦਾ ਮਤਲਬ ਇਹ ਇੱਕੋ ਥੈਲੀ ਦੇ ਚੱਟੇ ਬੱਟੇ ਨੇ, ਅੰਦਰ ਗਤੀ ਇਹਨਾਂ ਦੀ ਕੋਈ ਸਾਂਝ ਹੈ, ਬਾਹਰੋਂ ਕੁਝ ਗੱਲਾਂ ਕਰਦੇ ਨੇ ਜਿੱਦਾਂ ਬੀਜੇਪੀ ਗੱਲਾਂ ਕਰਕੇ ਮੁੱਕਰ ਜਾਂਦੀ ਆ, ਇਹਦੇ ਕੈਪਟਨ ਸਾਹਿਬ ਨੇ ਕਿਹਾ ਤੇ ਫਿਰ ਹੁਣ ਪੋਰਟਲ ਕਾਹਦੇ ਬਣਾਇਆ? ਪੋਰਟਲ ਬਣਾ ਕੇ ਭੇਜਣ ਦੀ ਲੋੜ ਨਹੀਂ ਸੀ। ਬਿਲਕੁਲ ਇਹ ਕਵਾਂਗੇ ਵੀ ਇਹਦੇ ਸਾਜ਼ਿਸ਼ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੀ ਸ਼ਾਮਲ ਹੈ। ਗਰਮੀ ਦਾ ਸੀਜ਼ਨ ਆ, ਅੱਗੇ ਹਾੜੀ ਦੀਆਂ ਫਸਲਾਂ ਨੇ ਜਿਹੜੀਆਂ ਉਹਨਾਂ ਦੀ ਵਢਾਈ ਚੱਲਣੀਆਂ, ਕਿੱਦਾਂ ਦੇ ਪ੍ਰਬੰਧ ਨੇ? ਜਿਹੜੇ ਉਰੇ ਕਿਸਾਨ ਬੈਠੇ ਨੇ ਉੱਥੇ ਆਪਣੀਆਂ ਫਸਲਾਂ ਦੀ ਉਹਨਾਂ ਨੂੰ ਚਿੰਤਾ ਹੋਊਗੀ, ਉਹਨਾਂ ਵਾਸਤੇ ਕਿੱਦਾਂ ਦੇ ਪ੍ਰਬੰਧ ਨੇ ਜਿਹੜੇ ਪਿੰਡਾਂ 'ਚ ਹੋ ਰਹੇ ਨੇ? ਵੇਖੋ, ਉਹ ਤਾਂ ਲਗਭਗ ਤੈਅ ਕਰ ਲਿਆ ਪਿੰਡਾਂ ਵਾਲਿਆਂ ਨੇ, ਇੱਕ ਦੂਜੇ ਨਾਲ ਸਹਿਮਤੀ ਬਣ ਗਈ ਵੀ ਆਪਾਂ ਇੱਕ ਦੂਜੇ ਦਾ ਰਲ ਕੇ, ਜੇ ਇੱਥੇ ਇੱਕ ਨਗਰ ਦੇ 5 ਕਿਸਾਨ 7 ਕਿਸਾਨ ਬੈਠੇ ਨੇ, ਉਹਦੇ ਅੜੋਸੀ ਪੜੋਸੀ ਉਹਦੇ ਗੁਆਂਢੀ ਰਲ ਕੇ ਉਹਦੀ ਫਸਲ ਕਟਾਉਣਗੇ, ਰਲ ਮਿਲ ਕੇ ਉਹ ਜਾਂ ਬਾਰੋ ਬਾਰੀ ਆਪਾਂ ਅਦਲਾ ਬਦਲੀ ਕਰ ਲਾਂਗੇ। ਜਿਸ ਦਿਨ ਉਹਨਾਂ ਦੀ ਕੱਟਣੀ ਆ ਉਹ ਆ ਜਾਣ, ਦੂਏ ਦਿਨ ਦੂਏ ਚਲੇ ਜਾਣ। ਹੁਣ ਦਿੱਲੀ ਦੂਰ ਨਹੀਂ, 3-4 ਘੰਟੇ ਦਿੱਲੀ ਆ ਜਾਂਦਾ ਬੰਦਾ। ਸੋ ਇਸ ਕਰਕੇ ਫਸਲ ਚੱਕੀ ਜਾਊਗੀ, ਉਹ ਕੋਈ ਏਡੀ ਗੱਲ ਨਹੀਂ। ਸੋ ਇੱਥੇ ਦੀ ਸੰਖਿਆ ਵਧੂਗੀ, ਘਟੂਗੀ ਨਹੀਂ। ਕੀ ਮੈਸੇਜ ਦੇਣਾ ਚਾਹੁੰਦੇ ਹੋ ਲਾਸਟ 'ਚ ਤੁਸੀਂ, ਜਿਹੜੇ ਨੌਜਵਾਨ ਨੇ ਸਾਡੇ ਕਿਸਾਨ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਦੇਣਾ ਚਾਹੁੰਦੇ ਆ ਕਿਸਾਨਾਂ ਨੂੰ ਕਿ ਭਾਈ ਨੌਜਵਾਨਾਂ ਨੂੰ, ਤੁਸੀਂ ਦਿੱਲੀ ਵੱਲ ਆਓ, ਕੂਚ ਕਰੋ, ਸਬਰ ਰੱਖੋ ਔਰ ਆਗੂਆਂ ਦੇ ਆਖੇ 'ਚ ਰਹੋ। ਜੋ ਆਗੂ ਕਹਿੰਦੇ ਨੇ ਆਖਾਂ ਮੰਨ ਕੇ ਚੱਲੋ, ਆਪਣੀ ਮਰਜ਼ੀ ਨਹੀਂ ਕਰਨੀ, ਹੂੜਮਤ ਨਹੀਂ ਕਰਨੀ। ਔਰ ਸਭ ਤੋਂ ਵੱਡੀ ਗੱਲ ਹੈ, ਤੁਸੀਂ ਏਕਤਾ ਕਹਿੰਦੇ ਸੀ, ਏਕਤਾ ਹੋ ਗਈ। ਹੁਣ ਤੁਸੀਂ ਦਿੱਲੀ ਵੱਲ ਕੂਚ ਕਰੋ, ਵੱਧ ਚੜ ਕੇ। ਆਪਾਂ ਅੰਦੋਲਨ ਨੂੰ ਜਿੱਤਣਾ, ਏਕਤਾ ਦੇ ਨਾਲ ਜਿੱਤਣਾ, ਏਕਤਾ ਤੇ ਸਬਰ ਨਾਲ ਜਿੱਤਣਾ। ਜੀ ਧੰਨਵਾਦ ਜੀ। ਹਾਂਜੀ, ਇਹ ਸਨ ਕਿਸਾਨ ਆਗੂ ਮਨਜੀਤ ਸਿੰਘ ਰਾਏ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਬੀਜੇਪੀ ਦੇ ਜਿਹੜੇ ਸ਼ਰਾਰਤੀ ਅੰਸਰ ਉਹ ਭੇਜ ਕੇ ਕਿਸਾਨਾਂ ਤੇ ਹਮਲੇ ਕਰਾਉਂਦੇ ਨੇ, ਉਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਤੁਸੀਂ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਓ, ਨਹੀਂ ਆਉਣ ਵਾਲੇ ਟਾਈਮ 'ਚ ਕੋਈ ਇੱਦਾਂ ਦੇ ਪ੍ਰੋਗਰਾਮ ਕਿਸਾਨ ਸੰਯੁਕਤ ਮੋਰਚੇ ਵੱਲੋਂ ਦਿੱਤੇ ਜਾਣਗੇ ਕਿ ਕਿਸਾਨਾਂ ਵੱਲੋਂ ਸਰਕਾਰ ਦੇ ਨਾਸੀ ਧੂੰਆਂ ਲਿਆ ਦਿੱਤਾ ਜਾਊਗਾ ਤੇ ਜਿਹੜੇ ਕਾਲੇ ਕਾਨੂੰਨ ਨੇ ਉਹ ਰੱਦ ਕਰਵਾਉਣ ਤੱਕ ਕਿਸਾਨ ਇੱਥੇ ਡਟੇ ਰਹਿਣਗੇ। ਕੈਮਰਾਮੈਨ ਜਤਿੰਦਰ ਟਿਵਾਣਾ ਦੇ ਨਾਲ ਮਨਵਿੰਦਰ ਸਿੰਘ ਟਿਵਾਣਾ, ਸਿੰਘੂ ਬਾਰਡਰ, ਦਿੱਲੀ। ਮੇਰਾ ਨਾਮ ਨੀਲਮ ਹੈ, ਮੇਰੇ ਘਰ ਵਾਲੇ ਦਾ ਨਾਮ ਸਰਦਾਰ ਸੂਬਾ ਸਿੰਘ ਆ। ਅਸੀਂ ਪਿੰਡ ਆਲੇਵਾਲ ਦੇ ਰਹਿਣ ਵਾਲੇ ਹਾਂ, ਫਿਰੋਜ਼ਪੁਰ, ਜ਼ਿਲ੍ਹਾ ਫਿਰੋਜ਼ਪੁਰ। ਤੇ ਮੇਰੇ ਕੈਂਸਰ ਹੋ ਗਿਆ ਸੀ 2000 ਵਿੱਚ, ਤੇ ਮੈਂ ਪੀਜੀਆਈ ਚੰਡੀਗੜ੍ਹ ਤੋਂ ਇਲਾਜ ਕਰਵਾਇਆ ਸੀ ਜੀ। ਉੱਥੋਂ ਆਪਰੇਸ਼ਨ ਕੀਤਾ, ਉਹਨਾਂ ਨੇ ਮੇਰਾ ਆਪਰੇਸ਼ਨ ਕਰਤਾ ਤੇ ਇਲਾਜ ਤੋਂ ਬਾਅਦ ਮੈਂ 2 ਸਾਲ ਬਾਅਦ ਫਿਰ ਕੈਂਸਰ ਫੁੱਟ ਪਿਆ। ਫਿਰ ਮੈਨੂੰ ਇਹਨਾਂ ਨੇ ਦੱਸਿਆ ਰਮਸਟੈਟੀ ਵਾਲਿਆਂ ਦਾ, ਫਿਰ ਮੈਂ ਇੱਥੇ ਚਲੀ ਗਈ ਤੇ ਇੱਥੇ ਮੈਨੂੰ ਜਾਂਦਿਆਂ ਉਹਨਾਂ ਨੇ 8 ਦਿਨ ਦੀ ਦਵਾਈ ਦਿੱਤੀ ਤੇ 8 ਦਿਨ ਬਾਅਦ ਮੈਨੂੰ ਥੋੜ੍ਹਾ ਫਰਕ ਪੈਣਾ ਸ਼ੁਰੂ ਹੋ ਗਿਆ ਕਿ ਮੈਨੂੰ ਪਹਿਲਾਂ ਐ ਸੀਗਾ ਕਿ ਵੀ ਨਹੀਂ ਬਚਦੀ। ਫਿਰ ਮੁੜ ਕੇ ਜਦੋਂ ਇਹਨਾਂ ਦਵਾਈ ਦਿੱਤੀ ਉਹਦੇ ਨਾਲ ਮੈਨੂੰ ਬਹੁਤ ਫਰਕ ਪੈ ਗਿਆ। 8 ਦਿਨਾਂ 'ਚ ਥੋੜ੍ਹਾ ਜਿਹਾ ਪੈਣਾ ਫਰਕ ਹੋ ਗਿਆ। 3 ਮਹੀਨੇ ਦਾ ਇਲਾਜ ਸੀ ਇਹਨਾਂ ਦਾ ਵੀ 3 ਮਹੀਨੇ ਦੀ ਦਵਾਈ ਖਵਾਵਾਂਗੇ ਫਿਰ ਠੀਕ ਕਰਾਂਗੇ ਤੈਨੂੰ। ਉਹ 3 ਮਹੀਨਿਆਂ ਦੇ ਵਿੱਚੋਂ ਵੀ ਮੈਂ 8 ਦਿਨ ਘੱਟ ਹੀ ਖਾਧੀ ਦਵਾਈ ਤੇ ਮੈਂ ਠੀਕ ਹੋ ਗਈ ਬਿਲਕੁਲ। ਫਿਰ ਮੈਂ ਇੱਥੋਂ ਬਾਗੀ ਤੋਂ ਕਰਵਾਇਆ, CT ਸਕੈਨ ਕਰਵਾਈ, ਸਾਰੇ ਟੈਸਟ ਦੁਬਾਰਾ ਕਰਵਾਏ ਵੀ ਕੈਂਸਰ ਹੋ ਫਿਰ ਰਿਹਾ ਤਾਂ ਨਹੀਂ ਗਿਆ ਕਿਤੇ। ਉਹ ਕਹਿੰਦੇ ਨਹੀਂ ਜੀ ਹੁਣ ਤੂੰ ਬਿਲਕੁਲ ਠੀਕ ਆ।